ਦਿਲ ਦੀਆਂ ਗੱਲਾਂ ਚੈਨਲ ਤੇ ਜਗਮੋਹਨ ਸਿੰਘ ਪੱਟੀ ਐਡਵੋਕੇਟ ਤੁਹਾਡੇ ਲਈ ਅੱਜ ਫਿਰ ਕੋਈ ਦਿਲ ਦੀਆਂ ਗੱਲਾਂ ਲੈ ਕੇ ਹਾਜ਼ਰ ਹੈ, ਜਿਹੜੀਆਂ ਕਿ ਅਗਰ ਮੈਂ ਇਹ ਕਹਾਂ 99% ਲੋਕਾਂ ਨੂੰ, ਭਾਰਤ ਦੇ ਲੋਕਾਂ ਨੂੰ ਨਹੀਂ ਇਹਨਾਂ ਦੀ ਪਹਿਚਾਣ, ਨਹੀਂ ਇਹਨਾਂ ਦੀ ਜਾਣਕਾਰੀ, ਤਾਂ ਇਹਦੇ ਵਿੱਚ ਕੋਈ ਹਰਕਤ ਨਹੀਂ। ਮੈਂ ਆਪਣੇ ਦੇਸ਼ ਵਾਸੀਆਂ ਨਾਲ ਤੇ ਪੰਜਾਬ ਵਾਸੀਆਂ ਨਾਲ ਇਹ ਗੱਲ ਕਰਨੀ ਹੈ ਤੇ ਉਹਨਾਂ ਸਾਰਿਆਂ ਨੂੰ ਮੈਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਿੱਘੀ ਮਿਲਣੀ ਤੇ ਸਾਰਾ ਜਿਹੜਾ ਜੋ ਵੀ ਹੈ ਇੱਕ ਪ੍ਰਕਰਨ ਇੱਜ਼ਤ ਮਾਨ ਸਨਮਾਨ ਦਾ ਉਹ ਦਿੰਦਾ ਹੋਇਆ ਮੈਂ ਇਹ ਗੱਲ ਸ਼ੁਰੂ ਕਰਦਾ। 1959 ਦੇ ਵਿੱਚ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਉੱਤੇ ਕੁਝ ਫੌਜੀ ਅਫਸਰ ਜਿਹੜੇ ਸੀਗੇ ਉਹ ਆਪਣੇ ਇੱਕ ਕੁਲੀਗ ਨੂੰ ਸੀ ਆਫ ਕਰਨ ਲਈ ਆਏ ਤੇ ਉੱਥੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਉੱਤੇ ਕੁਝ ਗੁੰਡਿਆਂ ਨੇ, ਉਸ ਵੇਲੇ ਕੈਰੋਂ ਪ੍ਰਤਾਪ ਸਿੰਘ ਦੀ ਸਰਕਾਰ ਹੁੰਦੀ ਸੀਗੀ ਪੰਜਾਬ ਦੇ ਵਿੱਚ, ਉਹਦੇ ਪੁੱਤਰ ਦੇ ਕੁਝ ਗੁੰਡਿਆਂ ਨੇ ਉਹਨਾਂ ਦੀਆਂ ਜਿਹੜੀਆਂ ਤੀਵੀਆਂ ਸੀਗੀਆਂ ਆਰਮੀ ਅਫਸਰਾਂ ਦੀਆਂ, ਉਹਨਾਂ ਨੂੰ ਕੁਝ ਭੱਦੇ ਸ਼ਬਦ ਕਹੇ, ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ, ਜਿਸ ਦਾ ਉਹਨਾਂ ਨੇ ਆਪਣੇ ਕਰਨਲ ਸਾਹਿਬ ਨੂੰ, ਉਹਨਾਂ ਨੇ ਜਿਹੜੇ ਮਿਸਟਰ ਸੇਨ ਸੀਗੇ, ਜੋਤੀ ਸੇਨ, ਉਹਨਾਂ ਨਾਲ ਉਹਨਾਂ ਨੇ ਪ੍ਰਗਟਾਵਾ ਕੀਤਾ ਔਰ ਉਸ ਦਾ ਨਤੀਜਾ ਇਹ ਹੋਇਆ ਕਿ ਉਹ ਜਿਹੜਾ ਸਿਨੇਮਾ ਸੀਗਾ ਜਿਹਦੇ ਵਿੱਚ ਉਹ ਬੜੇ ਸੀਗੇ ਗੁੰਡੇ ਜਿਹੜੇ ਸੀਗੇ ਵੜ ਗਏ ਸੀਗੇ, ਉੱਥੋਂ ਉਹਨਾਂ ਨੇ ਸਿਨੇਮਾ ਘੇਰ ਲਿਆ। ਆਰਮੀ ਨੇ ਸਿਨੇਮਾ ਘੇਰ ਕੇ ਉੱਥੋਂ ਗੁੰਡਿਆਂ ਨੂੰ ਬਾਹਰ ਕੱਢਿਆ, ਮਜਬੂਰ ਕੀਤਾ ਔਰ ਉਹਨਾਂ ਨੂੰ ਕੰਟੋਨਮੈਂਟ ਆਪਣੀ ਅੰਮ੍ਰਿਤਸਰ ਕੰਟੋਨਮੈਂਟ ਇੱਕ ਲਾਏ ਸੀ, ਜਿੱਥੇ ਉਹਨਾਂ ਨੇ ਇਹ ਗੱਲ ਕੀਤੀ ਕਿ ਉਹਨਾਂ ਨੂੰ ਇੱਕ ਆਪਣੇ ਤੌਰ ਤੇ ਜੋ ਵੀ ਸਜ਼ਾ ਦਿੱਤੀ ਜਾ ਸਕਦੀ ਹੈ ਦਿੱਤੀ ਜਾਏਗੀ। ਸਮੇਂ ਦਾ ਮੁੱਖ ਮੰਤਰੀ ਇਸ ਗੱਲ ਤੇ ਬੜਾ ਪਰੇਸ਼ਾਨ ਸੀ, ਪ੍ਰਤਾਪ ਸਿੰਘ ਕੈਰੋਂ। ਉਸ ਨੇ ਆਪਣੇ ਬੇਟੇ ਦੀ ਜਿਹੜੀ ਇਹ ਹਰਕਤ ਸੀ ਉਸ ਨੂੰ ਨਹੀਂ ਨਕਾਰਿਆ ਜਾਂ ਗਰਦਾਨਿਆ ਜਾਂ ਨਿੰਦਿਆ ਜਾਂ ਕੁਛ ਉਹਨਾਂ ਨੂੰ ਕਿਹਾ, ਲੇਕਿਨ ਉਹ ਸਿੱਧੇ ਦੌੜ ਕੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਪਾਸ ਗਏ ਔਰ ਉਹਨਾਂ ਨੂੰ ਸ਼ਿਕਾਇਤ ਕੀਤੀ। ਤਾਂ ਉਹ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਰਮੀ ਕੰਟੋਨਮੈਂਟ ਦੇ ਕਰਨਲ ਸੇਨ ਸਾਹਿਬ ਨਾਲ ਗੱਲ ਕਰਨ ਦੀ ਬਜਾਏ ਚੀਫ ਆਫ ਦੀ ਆਰਮੀ ਸਟਾਫ ਨਾਲ ਗੱਲ ਕੀਤੀ ਔਰ ਚੀਫ ਆਫ ਆਰਮੀ ਸਟਾਫ ਦਾ ਇਹ ਕਹਿਣਾ ਸੀ ਜੇ ਅਸੀਂ ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤ ਨਹੀਂ ਬਚਾ ਸਕਦੇ ਤਾਂ ਅਸੀਂ ਕਿਹਨਾਂ ਦੀ ਇੱਜ਼ਤ ਬਚਾਵਾਂਗੇ। ਇਸ ਲਈ ਸਾਡੇ ਗੱਲ ਵਿੱਚ ਦਖਲ ਨਾ ਦਿਓ, ਤੁਸੀਂ ਜੋ ਅਸੀਂ ਕਾਰਵਾਈ ਕਰਨੀ ਹੈ ਕਰਾਂਗੇ। ਇਹ ਸੀਗਾ ਉਸ ਵੇਲੇ ਦੇ ਆਰਮੀ ਦੇ ਅਫਸਰਾਂ ਦਾ ਇੱਕ ਨੈਸ਼ਨਲ ਕਰੈਕਟਰ। ਇੱਥੇ ਨੈਸ਼ਨਲ ਕਰੈਕਟਰ ਦੀ ਇੱਕ ਹੋਰ ਗੱਲ ਕਰ ਲਈ ਜਾਏ, 1900 ਤੋਂ ਪਹਿਲੇ ਦੀ ਇਹ ਗੱਲ ਹੈ, ਜਦੋਂ 1793 ਦੇ ਵਿੱਚ ਰਾਣੀ ਰਾਸਮਤੀ ਬੰਗਾਲ ਦੇ ਵਿੱਚ ਸੀ। ਰਾਣੀ ਰਾਸਮਤੀ ਬਾਰੇ ਅੱਜ ਕਿੰਨੇ ਦੇਸ਼ ਵਾਸੀ ਜਾਣਦੇ ਨੇ ਜਾਂ ਕਿੰਨਾ ਇਤਿਹਾਸ ਪੜ੍ਹਿਆ ਜਾਂਦਾ ਹੈ, ਇਹ ਇੱਕ ਆਪਣੇ ਆਪ ਦੇ ਵਿੱਚ ਸਵਾਲ ਹੈ। ਉਹ ਕੌਣ ਸਨ? ਉਹ ਇੱਕ ਅਮੀਰ ਜ਼ਿਮੀਂਦਾਰ ਦੀ ਵਿਧਵਾ ਸਨ, ਜਿਨ੍ਹਾਂ ਨੇ ਕਈ ਕਲਕੱਤਾ ਦੇ ਵਿੱਚ ਜਿਹੜੀਆਂ ਸੀਗੀਆਂ ਅਜਿਹੀਆਂ ਕਾਰਵਾਈਆਂ ਕੀਤੀਆਂ, ਜਿਵੇਂ ਹਾਵੜਾ ਬ੍ਰਿਜ ਬਣਾਇਆ, ਉੱਥੇ ਨੈਸ਼ਨਲ ਸਕੂਲ ਦੇ ਵਿੱਚ ਉਹਨਾਂ ਨੇ ਲਾਇਬ੍ਰੇਰੀ ਖੋਲ੍ਹੀ ਜਾਂ ਕਈ ਹੋਰ ਚੀਜ਼ਾਂ। ਉਹਨਾਂ ਦੀ ਲਿਸਟ ਜੇ ਮੈਂ ਪੜ੍ਹ ਕੇ ਸੁਣਾਵਾਂ ਤਾਂ ਉਹ ਇੱਕ ਐਡੀ ਵੱਡੀ ਲਿਸਟ ਹੈ ਆਪਣੇ ਆਪ ਦੇ ਵਿੱਚ, ਜਿਹੜੀ ਦੇਖਣਯੋਗ ਹੈ। ਇਹਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਉਹਨਾਂ ਨੇ ਹਾਵੜਾ ਜਿਹੜਾ ਪੁਲ ਹੈ ਗੰਗਾ ਦੇ ਉੱਤੇ ਬਣਵਾਇਆ ਸੀਗਾ। ਫਿਰ ਉਹਨਾਂ ਨੇ ਅੰਗਰੇਜ਼ਾਂ ਨੂੰ ਜਿਹੜੀ ਨਦੀ ਦੇ ਉੱਤੇ ਸੀਗਾ ਟੈਕਸ ਵਸੂਲ ਕਰਨ ਦੀ ਆਗਿਆ ਨਹੀਂ ਦਿੱਤੀ ਤੇ ਜਿਹੜੀ ਦੁਰਗਾ ਪੂਜਾ ਸੀ ਉਹ ਵੀ ਨਹੀਂ ਰੋਕੀ ਗਈ ਉਹਨਾਂ ਦਿਨਾਂ ਵਿੱਚ। ਇੱਕ ਕਲਕੱਤਾ ਦੇ ਵਿੱਚ ਦਕਸ਼ੇਸ਼ਵਰ ਮੰਦਿਰ ਦਾ ਨਿਰਮਾਣ ਕਰਵਾਇਆ। ਕਲਕੱਤਾ ਵਿੱਚ ਗੰਗਾ ਨਦੀ ਦੇ ਉੱਤੇ ਬਾਬੂ ਘਾਟ ਅਤੇ ਇੱਕ ਨੇਮਤਨਾ ਘਾਟ ਬਣਵਾਇਆ ਸੀਗਾ। ਫਿਰ ਉਹਨਾਂ ਨੇ ਸ਼੍ਰੀਨਗਰ ਦੇ ਸ਼ੰਕਰਾਚਾਰੀਆ ਮੰਦਿਰ ਦਾ ਪੁਨਰ ਨਿਰਮਾਣ ਕਰਵਾਇਆ ਸੀਗਾ। ਫਿਰ ਉਹਨਾਂ ਨੇ ਮਥੁਰਾ ਦੇ ਵਿੱਚ ਜਿਹੜੀ ਜਨਮ ਭੂਮੀ ਹੈ, ਕ੍ਰਿਸ਼ਨ ਜਨਮ ਭੂਮੀ, ਉਹਦੀ ਦੀਵਾਰ ਤਿਆਰ ਕਰਵਾਈ ਸੀ। ਢਾਕਾ ਦੇ ਵਿੱਚ ਜਿਹੜੇ ਮੁਸਲਮਾਨ ਸੀਗੇ ਨਵਾਬ ਉਸ ਵੇਲੇ ਦੇ, ਉਹਨਾਂ ਤੋਂ 2000 ਹਿੰਦੂਆਂ ਦੀ ਜਿਹੜੀ ਸੀਗੀ ਉਹਨਾਂ ਨੇ ਸੁਤੰਤਰਤਾ ਖਰੀਦੀ ਸੀਗੀ। ਫਿਰ ਉਹਨਾਂ ਨੇ ਰਮੇਸ਼ਵਰ ਤੋਂ ਸ਼੍ਰੀਲੰਕਾ ਤੱਕ ਦੇ ਮੰਦਿਰਾਂ ਦੇ ਵਿੱਚ ਜੋ ਵੀ ਉਹਨਾਂ ਨੇ ਜਿਹੜੀ ਬੇੜੀ ਦੀ ਜਾਂ ਨੌਕਾ ਦੀ ਉਹਨਾਂ ਨੇ ਸੇਵਾ ਸੀ ਉਹ ਸ਼ੁਰੂ ਕਰਵਾਈ ਸੀਗੀ। ਕਲਕੱਤਾ ਦਾ ਕ੍ਰਿਕਟ ਸਟੇਡੀਅਮ ਉਹਨਾਂ ਨੇ ਬਣਵਾਇਆ, ਜਿਹੜੀ ਉਹਨਾਂ ਨੇ ਆਪਣੀ ਜ਼ਮੀਨ ਦਾਨ ਕੀਤੀ ਸੀ ਇਸ ਸਟੇਡੀਅਮ ਵਾਸਤੇ। ਫਿਰ ਉਹਨਾਂ ਨੇ ਜਿਹੜੀ ਇੱਕ ਸਵਰਨ ਰੇਖਾ ਨਦੀ ਦੇ ਉੱਤੇ ਇੱਕ ਸੜਕ ਦਾ ਨਿਰਮਾਣ ਕਰਵਾਇਆ ਸੀ ਪੁਰੀ ਤੱਕ।
ਸਵਰਨ ਰੇਖਾ ਨਦੀ ਤੋਂ ਪੁਰੀ ਤੱਕ ਦਾ ਉਹਨਾਂ ਨੇ ਸੜਕ ਦਾ ਨਿਰਮਾਣ ਕਰਵਾਇਆ ਸੀ। ਪ੍ਰੈਜ਼ੀਡੈਂਸੀ ਕਾਲਜ ਅਤੇ ਨੈਸ਼ਨਲ ਲਾਇਬ੍ਰੇਰੀ ਕਲਕੱਤਾ ਦੇ ਵਿੱਚ ਜਿਹੜੀ ਸੀਗੀ ਉਹਦਾ ਨਿਰਮਾਣ ਕਰਵਾਇਆ ਸੀ। ਗੱਲਾਂ ਬੜੀਆਂ ਨੇ ਜਿਹੜੇ ਉਹਨਾਂ ਨੇ ਇੱਕ ਲੋਕ ਹਿੱਤ ਲਈ ਕੰਮ ਕੀਤੇ। ਉਹਨਾਂ ਨੇ ਆਪਣੇ ਪੈਸੇ ਦਾ ਸਹੀ ਇਸਤੇਮਾਲ ਕੀਤਾ। ਉਹਨਾਂ ਨੇ ਅੰਗਰੇਜ਼ਾਂ ਤੋਂ ਹਰ ਗੱਲ ਮਨਵਾਈ। ਲੇਕਿਨ ਇੱਥੇ ਸਾਡੇ ਅੱਜ ਪੰਜਾਬ ਦੇ ਕਿਸਾਨ ਬੈਠੇ ਨੇ ਜਿਨ੍ਹਾਂ ਦੀ ਮੋਦੀ ਸਾਹਿਬ ਮੈਂ ਨਾ ਮੰਨੂ ਰੇ, ਉਹਨਾਂ ਦੀ ਕੋਈ ਗੱਲ ਸੁਣ ਕੇ ਰਾਜੀ ਨਹੀਂ, ਉਹਨਾਂ ਨਾਲ ਕੋਈ ਗੱਲ ਕਰਕੇ ਰਾਜੀ ਨਹੀਂ। ਉਹਨਾਂ ਨੂੰ ਇਹ ਕਹਿੰਦੇ ਨੇ ਵੀ ਮੈਂ ਇੱਕ ਟੈਲੀਫੋਨ ਦੀ ਦੂਰੀ 'ਤੇ ਹਾਂ। ਉਹ ਟੈਲੀਫੋਨ ਕਿੱਥੇ ਰੱਖ ਦਿੱਤਾ ਬਈ, ਇਹ ਗੱਲ ਦੱਸ ਦਿਓ ਜਰਾ। ਜੇ ਟੈਲੀਫੋਨ ਨਹੀਂ ਲੱਭਦਾ ਤਾਂ ਦੂਜਾ ਟੈਲੀਫੋਨ ਚੁੱਕ ਕੇ ਕਿਸਾਨਾਂ ਨਾਲ ਗੱਲ ਕਰ ਲਓ। ਆਪਣੇ ਕਿਸਾਨ ਨੇ, ਤੁਹਾਡੇ ਆਪਣੇ ਦੇਸ਼ ਦੇ ਲੋਕ ਨੇ, ਬਸ਼ਿੰਦੇ ਨੇ, ਨਾਗਰਿਕ ਨੇ ਭਾਰਤ ਦੇ, ਉਹਨਾਂ ਨਾਲ ਕਿਉਂ ਨਹੀਂ ਗੱਲ ਕਰਦੇ ਤੁਸੀਂ? ਕਦੀ ਤੁਸੀਂ ਕਿਤੇ ਦੌੜੇ ਫਿਰਦੇ ਹੋ, ਕਦੀ ਕਿਤੇ ਦੌੜੇ ਫਿਰਦੇ ਹੋ, ਤੁਹਾਨੂੰ ਖੁਦ ਨੂੰ ਨਹੀਂ ਪਤਾ ਲੱਗ ਰਿਹਾ। ਮੋਦੀ ਸਾਹਿਬ ਨੂੰ ਮੈਂ ਇੱਕ ਬੇਨਤੀ ਕਰਨੀ ਚਾਹਾਂਗਾ, ਰਾਣੀ ਰਾਸਮਤੀ ਦੇ ਕੁਝ ਜੀਵਨ ਇਤਿਹਾਸ ਤੋਂ ਹੀ ਇਹ ਗੱਲ ਸਿੱਖ ਲਓ ਕਿ ਉਹਨਾਂ ਨੇ ਕਿਹੋ ਜਿਹਾ ਕੰਮ ਕੀਤਾ, ਕਿਹੋ ਜਿਹੀ ਉਹਨਾਂ ਦੀ ਕਾਰਜਸ਼ੈਲੀ ਸੀ, ਵਿਕਾਸ ਸ਼ੈਲੀ ਸੀਗੀ। ਤੁਹਾਡੇ ਸਿਰਫ ਵਿਕਾਸ ਦੇ ਜੁਮਲੇ ਜਿਹੜੇ ਹੈ ਉਹ ਦੇਸ਼ ਨੂੰ ਕਿਸ ਤਰ੍ਹਾਂ ਬਰਬਾਦ ਕਰ ਰਹੇ ਨੇ, ਇਹ ਇੱਕ ਦੇਖਣ ਵਾਲਾ ਵਿਚਾਰ ਹੈ। ਇਹਦੇ ਉੱਤੇ ਜੇ ਇਹ ਦੇਖਿਆ ਜਾਏ, ਬਰਬਾਦ ਕਰਨ ਵਾਲੇ ਬੜੇ ਲੋਕ ਆ ਰਹੇ ਨੇ ਸਾਹਮਣੇ, ਲੇਕਿਨ ਬਰਬਾਦ ਕਰਨ ਵਾਲੇ ਲੋਕਾਂ ਦੇ ਨਾਲ ਚੰਗੇ ਲੋਕ ਵੀ ਨਾਲ ਚੱਲਦੇ ਨੇ। ਤੁਸੀਂ ਦੇਖੋ ਕਿੰਨੇ ਹੀ ਜਿਹੜੇ ਦੇਸ਼ ਦੇ ਸ਼ਹਿਰ ਨੇ ਉਹਨਾਂ ਦੇ ਨਾਮ ਬਦਲ ਦਿੱਤੇ ਗਏ। ਨਾਮ ਬਦਲਣ ਨਾਲ ਕੋਈ ਵਿਕਾਸ ਨਹੀਂ ਹੁੰਦਾ। ਨਾਮ ਬਦਲਣ ਨਾਲ ਕਿਸੇ ਜਗ੍ਹਾ ਦਾ ਜਾਂ ਕਿਸੇ ਸਥਾਨ ਦਾ ਕੋਈ ਵਿਕਾਸ ਨਹੀਂ ਹੁੰਦਾ। ਵਿਕਾਸ ਹੁੰਦਾ ਨੀਅਤ ਨਾਲ, ਵਿਕਾਸ ਕਰਨ ਨਾਲ, ਲੋਕ ਹਿੱਤ ਲਈ ਵਿਕਾਸ ਕਰਨ ਨਾਲ। ਅੱਜ ਜਿੰਨਾ ਸੋਸ਼ਲ ਮੀਡੀਆ ਜਿਹੜਾ ਉਹ ਹਾਵੀ ਹੈ ਬੀਜੇਪੀ ਦੇ ਥਿੰਕ ਟੈਂਕ ਦੇ ਉੱਤੇ, ਉਸ ਨੂੰ ਜੇ ਇਹ ਕਿਹਾ ਜਾਏ ਵੀ ਲੋਕਾਂ ਦੀ ਆਵਾਜ਼ ਜੇ ਅਜੇ ਵੀ ਇਸ ਸਰਕਾਰ ਨੂੰ ਨਹੀਂ ਸੁਣ ਰਹੀ, ਤਾਂ ਇਹ ਇੱਕ ਬੜੀ ਮੰਦਭਾਗੀ ਘਟਨਾ ਜਿਹੜੀ ਹੈ ਦੇਸ਼ ਦੇ ਵਿੱਚ ਹੋ ਰਹੀ ਹੈ। ਔਰ ਇੱਥੇ ਮੈਂ ਇੱਕ ਗੱਲ ਵਿਚਾਰਨੀ ਚਾਹਾਂਗਾ, ਜ਼ਿਕਰ ਵੀ ਕਰਨਾ ਚਾਹਾਂਗਾ ਤੁਹਾਡੇ ਨਾਲ ਸਾਰਿਆਂ ਨਾਲ, ਕਿ ਇਹ ਜਿਹੜੀ ਰਾਣੀ ਰਾਸਮਤੀ ਹੈ ਇਹ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਸੀ। ਉਹਨੇ ਵਿਕਾਸ ਕਾਰਜਾਂ ਨੂੰ ਕਿਸ ਤਰ੍ਹਾਂ ਸੇਧ ਦਿੱਤੀ ਔਰ ਕਿਸ ਤਰ੍ਹਾਂ ਉਸਨੇ ਇਹ ਕੰਮ ਕੀਤਾ, ਇਸ ਦਾ ਇਤਿਹਾਸ ਵਿੱਚ ਕੋਈ ਜ਼ਿਕਰ ਨਹੀਂ ਆਉਂਦਾ। ਕਦੀ ਕਿਸੇ ਨੇ ਨਹੀਂ ਪੜ੍ਹਿਆ, ਕਦੀ ਇਤਿਹਾਸ ਦੇ ਵਿੱਚ ਜ਼ਿਕਰ ਨਹੀਂ ਆਇਆ, ਕਦੀ ਜਿਹੜੀਆਂ ਸਕੂਲ ਦੀਆਂ ਕਿਤਾਬਾਂ, ਯੂਨੀਵਰਸਿਟੀ ਦੀਆਂ ਕਿਤਾਬਾਂ, ਉਹਦੇ ਵਿੱਚ ਉਹਦੀ ਜੀਵਨੀ, ਸੰਖੇਪ ਜੀਵਨੀ ਜਾਂ ਕਿਸੇ ਤਰ੍ਹਾਂ ਦਾ ਵੀ ਖੋਜ ਪੱਤਰ ਨਹੀਂ ਲਿਖਿਆ ਗਿਆ। ਕਿਉਂ ਨਹੀਂ ਲਿਖਿਆ ਗਿਆ? ਇਸ ਲਈ ਜ਼ਿੰਮੇਵਾਰ ਕੌਣ ਹੈ? ਤੁਸੀਂ ਥੋੜ੍ਹਾ ਜਿਹਾ 7 ਸਾਲ ਦੇ ਅਰਸੇ ਦੇ ਵਿੱਚ ਇਹੋ ਜਿਹੇ ਗਵਾਚੇ ਲੋਕਾਂ ਨੂੰ ਲੱਭ ਕੇ ਜੇ ਲੱਭਣ ਦਾ ਯਤਨ ਕਰਦੇ ਤਾਂ ਮੇਰਾ ਖਿਆਲ ਹੈ ਆਪਣੇ ਭਾਰਤ ਦੇ ਲੋਕਾਂ ਨੂੰ ਤੁਸੀਂ ਕਿਸੇ ਤੋਂ ਕਿਸੇ ਜਗ੍ਹਾ 'ਤੇ ਪਹੁੰਚਾ ਦਿੰਦੇ। ਅੱਜ ਜੇ ਦੇਖੋ ਭਾਰਤੀ ਜਨਤਾ ਪਾਰਟੀ ਦਾ ਇਹ ਕੰਮ ਰਾਣੀ ਰਾਸਮਤੀ ਬਾਰੇ ਅੱਜ ਤੱਕ ਵੀ ਅਣਗੌਲਿਆ, ਔਰ ਉਹਨਾਂ ਨੇ ਕਿਹੜੇ ਆਪਣੇ ਕਰੈਕਟਰ ਨਵੇਂ ਸ਼ੁਰੂ ਕੀਤੇ ਨੇ। ਸਲਵਾਰਕਰ ਸਾਹਿਬ ਜਿਨ੍ਹਾਂ ਨੇ 6-7 ਵਾਰੀ ਅੰਗਰੇਜ਼ਾਂ ਤੋਂ ਮਾਫੀਨਾਮਾ ਮੰਗਿਆ ਪੈਨਸ਼ਨ ਲਈ, ਉਹ ਦੇਸ਼ ਦਾ ਨੈਸ਼ਨਲ ਹੀਰੋ ਹੈ। ਕਿਵੇਂ ਨੈਸ਼ਨਲ ਹੀਰੋ ਹੋ ਗਿਆ ਉਹ ਦੇਸ਼ ਦਾ? ਇੱਥੇ ਇੱਕ ਗੱਲ ਹੋਰ ਕਹਿਣੀ ਚਾਹਾਂਗਾ, ਬਾਦਲ ਅਕਾਲੀ ਦਲ ਨੇ ਵੀ ਇੱਕ ਸਾਂਝ ਪਿਆਲੀ ਪਾਈ ਸੀ ਇਹਨਾਂ ਨਾਲ, ਚੋਰ ਮਥੇਰੇ ਪਾਈ, ਮੈਂ ਕਹਿੰਦਾ ਹੁੰਦਾ ਕਈ ਵਾਰੀ। ਔਰ ਉਹਨਾਂ ਨੇ ਬੀਬੀ ਜਗੀਰ ਕੌਰ ਨੂੰ ਇਸ ਤਰ੍ਹਾਂ ਦੀ ਜਿਹੜੀ ਹੈ ਇੱਕ ਮਹੰਤ ਦੇ ਅਹੁਦੇ ਤੋਂ, ਜਿਹਦਾ ਆਪਣਾ ਡੇਰਾ ਹੈ, ਉਸ ਨੂੰ ਲਿਆ ਕੇ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਰਚੀ ਕੱਢ ਕੇ ਪ੍ਰਧਾਨ ਬਣਾ ਦਿੱਤਾ। ਉਹ ਪਰਚੀ ਕਿਉਂ ਕੱਢੀ ਗਈ, ਕਿਸ ਵਜ੍ਹਾ ਕਰਕੇ ਕੱਢੀ ਗਈ? ਮਹੰਤਾਂ ਦਾ ਕਲਚਰ ਸ਼ੁਰੂ ਕਰਨਾ ਜਿਹੜਾ ਅਕਾਲੀ ਦਲ ਬਾਦਲ ਨੂੰ, ਜਿਹੜੀ ਆਪਣੇ ਆਪ ਨੂੰ ਪੰਥਕ ਪਾਰਟੀ ਕਹਿੰਦੀ ਹੈ, ਔਰ ਜਦੋਂ ਇਹਨਾਂ ਦੀ ਸਰਕਾਰ ਬਣਦੀ ਹੈ ਉਹ ਇਹ ਕਹਿੰਦੇ ਨੇ ਕਿ ਅਸੀਂ ਪੰਥਕ ਸਰਕਾਰ ਹਾਂ। ਉਹਨਾਂ ਨੇ ਇੱਕ ਡੇਰਾਵਾਦ ਨੂੰ ਉਤਸ਼ਾਹ ਦਿੱਤਾ। ਡੇਰਾ ਸਲਾਬਤਪੁਰ ਜਿਹੜਾ ਸੀਗਾ ਰਾਮ ਰਹੀਮ ਦਾ, ਉਸ ਨੂੰ ਉਤਸ਼ਾਹ ਦਿੱਤਾ। ਔਰ ਇਹਨਾਂ ਨੇ ਜਿਹੜਾ ਬਠਿੰਡਾ ਏਰੀਆ, ਫਰੀਦਕੋਟ ਏਰੀਆ, ਉਹਦੇ ਵਿੱਚ ਸਿੱਖੀ ਦਾ ਕਾਨੂੰਨ ਕਿਸ ਤਰ੍ਹਾਂ ਕਿਸ ਹਿਸਾਬ ਨਾਲ ਕੀਤਾ, ਸਾਰੀ ਦੁਨੀਆ ਇਸ ਗੱਲ ਤੋਂ ਵਾਕਫ ਹੈ। ਔਰ ਹੁਣ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬੀਬੀ ਜਗੀਰ ਕੌਰ ਨੂੰ ਜਿਹੜੀ ਮਹੰਤਣੀ ਕਿਹਾ ਜਾ ਸਕਦਾ ਹੈ, ਉਸ ਨੂੰ ਪ੍ਰਧਾਨ ਬਣਾ ਕੇ ਇਹਨਾਂ ਨੇ ਮਹੰਤ ਕਲਚਰ ਜਿਹੜਾ ਸੀ ਸਿੱਖ ਮੂਵਮੈਂਟ ਨੇ ਖਤਮ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 'ਚ ਹੋਂਦ ਵਿੱਚ ਆਈ ਸੀ। ਉਸ ਸਾਰੀ ਗੱਲ ਨੂੰ ਇਹਦੇ ਉੱਤੇ ਪਾਣੀ ਫੇਰਨ ਦਾ ਯਤਨ ਕੀਤਾ। ਇਸ ਦਾ ਸਿਹਰਾ ਜਿਹੜਾ ਅਕਾਲੀ ਦਲ ਬਾਦਲ ਦੇ ਜਾਂ ਅਕਾਲੀ ਦਲ ਬਾਦਲ ਦੇ ਜਿਹੜੇ ਸਰਬਰਾਹ ਨੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ,
ਕਿ ਉਹਨਾਂ ਦੇ ਸਿਰ ਮੜਿਆ ਜਾਣਾ ਚਾਹੀਦਾ ਜਾਂ ਨਹੀਂ ਮੜਿਆ ਜਾਣਾ ਚਾਹੀਦਾ। ਇਹ ਸਰਬੱਤ ਖਾਲਸਾ ਇਸ ਚੀਜ਼ ਦਾ ਜਿਹੜਾ ਹੈ ਉਹ ਵਿਚਾਰ ਕਰੇਗਾ। ਇੱਥੇ ਇੱਕ ਗੱਲ ਇਹ ਵੀ ਵਰਣਨਯੋਗ ਹੈ, ਅੱਜ ਬੀਬੀ ਜਗੀਰ ਕੌਰ ਦੇ ਕਿੰਨੇ ਹੀ ਜਿਹੜੇ ਕਦਮ ਤੁਸੀਂ ਦੇਖ ਲਓ, ਇਹਨਾਂ ਨੇ ਕੋਈ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਨਹੀਂ ਕੀਤੇ। ਇਹਨਾਂ ਨੇ ਜਿਹੜੇ ਸਿੱਖਲੀ ਘਰ ਜਿਹੜੇ ਪਰਿਵਾਰ ਨੇ ਉਹਨਾਂ ਦੇ ਲਈ ਕੋਈ ਵੀ ਉਤਸ਼ਾਹ ਨਹੀਂ ਵਿਖਾਇਆ, ਉਹਨਾਂ ਲਈ ਕੋਈ ਵੈਲਫੇਅਰ ਸਕੀਮਾਂ ਨਹੀਂ ਕੀਤੀਆਂ। ਅੱਜ ਜਿਹੜਾ ਦੇਖਿਆ ਜਾਏ ਡੇਰਾਵਾਦ ਨੂੰ ਪ੍ਰਫੁੱਲਤ ਕਰਕੇ, ਮਹੰਤ ਸਿਸਟਮ ਨੂੰ ਪ੍ਰਫੁੱਲਤ ਕਰਕੇ ਗੁਰਦੁਆਰਿਆਂ ਦੇ ਵਿੱਚ ਜੈਤੋ ਸਾਹਿਬ ਦੇ ਗੁਰਦੁਆਰੇ ਦੀ ਜਿਹੜੀ ਹੈ ਉਹ ਨੀਂਹ ਜਿਹੜੀ ਰੱਖੀ ਗਈ ਉੱਥੇ ਰੰਗ ਰਲੀਆਂ ਦੀ, ਇਹ ਕਿੰਨੇ ਗੁਰਦੁਆਰਿਆਂ ਵਿੱਚ ਹੈ, ਇਸ ਦੀ ਕੋਈ ਅਜੇ ਤੱਕ ਛਾਣਬੀਨ ਨਹੀਂ ਕੀਤੀ ਗਈ, ਨਾ ਹੀ ਇਹਦੇ ਉੱਤੇ ਕੋਈ ਕਮੇਟੀ ਪਾਈ ਗਈ ਹੈ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਮੈਂਬਰ ਨੇ ਉਹ ਵੀ ਇਸ ਗੱਲ ਦੇ ਉੱਤੇ ਬਿਲਕੁਲ ਦੜ ਵੱਟੀ ਬੈਠੇ ਨੇ। ਔਰ ਕਿਉਂ ਵੱਟੀ ਬੈਠੇ ਨੇ? ਇਹਨਾਂ ਸਾਰਿਆਂ ਦਾ ਜੇ ਮੈਂ ਇਹ ਕਹਾਂ, ਬਿਕਰਮਜੀਤ ਸਿੰਘ ਮਜੀਠੀਆ ਇੱਕ ਗੱਲ ਕਹਿੰਦੇ ਨੇ ਅਕਾਲੀ ਦਲ ਦੇ ਕਿ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਦਾ ਨਾਰਕੋ ਟੈਸਟ ਹੋਣਾ ਚਾਹੀਦਾ, ਤੇ ਫਿਰ ਇਹ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਹਨਾਂ ਦਾ ਵੀ ਨਾਰਕੋ ਟੈਸਟ ਹੋਣਾ ਚਾਹੀਦਾ ਕਿ ਇਹਨਾਂ ਨੇ ਸਿੱਖੀ ਦਾ ਕਾਮ ਕਿਵੇਂ, ਕਦੋਂ ਤੇ ਕਿੱਥੇ, ਕਿਵੇਂ ਕਿਸ ਹਿਸਾਬ ਨਾਲ ਕੀਤਾ ਹੈ। ਇਹ ਬੜੇ ਇੱਕ ਵੱਡੇ ਸਵਾਲ ਨੇ ਜਿਹੜੇ ਆਪਣੇ ਆਪ ਦੇ ਵਿੱਚ ਜਿਹੜੇ ਨੇ ਇਹਨਾਂ ਨੂੰ ਸਾਹਮਣੇ ਪੈਣੇ ਨੇ, ਦੱਸਣੇ ਪੈਣੇ ਨੇ ਲੋਕਾਂ ਨੂੰ। ਔਰ 2022 ਦੀਆਂ ਇਲੈਕਸ਼ਨਾਂ ਜਿਹੜੀਆਂ ਅਕਾਲੀ ਦਲ ਬਾਦਲ ਵਾਸਤੇ ਇੰਨੀਆਂ ਸੌਖਾਲੀਆਂ ਨਹੀਂ ਜਿੰਨੀਆਂ ਇਹ ਸੋਚਦੇ ਨੇ ਜਾਂ ਕਰਦੇ ਨੇ। ਇੱਥੇ ਇੱਕ ਗੱਲ ਇਹ ਵੀ ਕਹਿਣੀ ਚਾਹਾਂਗਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਅੱਜ ਵੀ ਜਿਹੜੀ ਹੈ ਚੁੱਪ ਵੱਟੀ ਫਿਰਦੇ ਨੇ। ਬਾਕੀ 4 ਸਿੱਖ ਤਖਤ ਜਿਹੜੇ ਨੇ ਉਹਨਾਂ ਦੇ ਵੀ ਜਥੇਦਾਰ ਜਿਹੜੇ ਨੇ ਇਸ ਦੇ ਉੱਤੇ ਚੁੱਪ ਨੇ। ਕਿਉਂ ਚੁੱਪ ਨੇ? ਕਿਉਂਕਿ ਉਹ ਬਾਦਲਾਂ ਦੇ ਅਪੁਆਇੰਟੀ ਨੇ। ਲੇਕਿਨ ਇੱਥੇ ਜਥੇਦਾਰ ਸਾਹਿਬਾਨ ਨੂੰ ਮੈਂ ਇੱਕ ਬੇਨਤੀ ਕਰਾਂਗਾ ਕਿ ਇਹੋ ਜਿਹੀ ਗੱਲ ਤੁਹਾਡੇ ਤੇ ਨਾ ਆਵੇ। ਤੁਸੀਂ ਆਪਣੀ ਜਿਹੜੀ ਵੀ ਹੈ ਹਸਤੀ ਨੂੰ ਉਹ ਉਜਾਗਰ ਕਰੋ। ਅੱਜ ਜੇ ਦੇਖਿਆ ਜਾਏ ਤਾਂ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਸੇਵਾਦਾਰ ਸਨ ਸਰਦਾਰ ਮਾਨ ਸਿੰਘ, ਉਹਨਾਂ ਨੂੰ ਕਿਵੇਂ ਤੇ ਕਿਸ ਹਿਸਾਬ ਨਾਲ ਹਟਾਇਆ ਗਿਆ, ਇਹਦੀ ਵੀ ਇੱਕ ਜਾਂਚ ਹੋਣੀ ਬਹੁਤ ਜ਼ਰੂਰੀ ਹੈ। ਕਿਉਂਕਿ ਉਹਨਾਂ ਨੂੰ ਹਟਾਇਆ ਜਾਣਾ ਵੀ ਸਿੱਖੀ ਦੇ ਵਾਸਤੇ ਇੱਕ ਬੜਾ ਵੱਡਾ ਕਲ ਕਲੇਸ਼ ਹੋ ਸਕਦਾ ਹੈ। ਇੱਕ ਸੱਚੇ ਸੁੱਚੇ ਇਨਸਾਨ ਜਥੇਦਾਰ ਦਾ ਇਮੇਜ ਹੈ ਉਹਨਾਂ ਕੋਲ। ਔਰ ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਹੈ, ਉਹ ਇਸ ਵੇਲੇ ਕੀ ਕਰ ਰਹੀ ਹੈ ਔਰ ਕਿਸ ਹਿਸਾਬ ਨਾਲ ਇਹ ਸੰਚਾਲਨ ਕਰ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਮਹੰਤਾਂ ਦਾ ਡੇਰਾ ਨਹੀਂ ਹੈ, ਇਹ ਇੱਕ ਆਪਣੇ ਆਪ ਵਿੱਚ ਇੱਕ ਆਜ਼ਾਦ ਹਸਤੀ ਹੈ, ਸਾਰਾ ਕੁਛ ਹੈ। ਬੀਬੀ ਜਗੀਰ ਕੌਰ ਇਸ ਬਾਰੇ ਸੋਚੇ ਔਰ ਇਸ ਦੀ ਜਵਾਬਦੀ ਜਿਹੜੀ ਹੈ ਸਿੱਖ ਪੰਥ ਇਸ ਵੇਲੇ ਮੰਗ ਰਿਹਾ। ਉਹ ਨਾ ਹੋਵੇ ਕੱਲ੍ਹ ਨੂੰ ਜਿਹੜਾ ਸਰਬੱਤ ਖਾਲਸਾ ਆ ਜਾਵੇ ਅਤੇ ਇਹਨਾਂ ਨੂੰ ਭੱਜਣਾ ਜਿਹੜਾ ਔਖਾ ਹੋ ਜਾਵੇ। ਇੱਥੇ ਇੱਕ ਗੱਲ ਹੋਰ ਕਹਿਣੀ ਜ਼ਰੂਰੀ ਬਣਦੀ ਹੈ ਕਿ ਜੋ ਵੀ ਕੰਮ ਹੋ ਰਿਹਾ ਦੇਸ਼ ਨੂੰ ਵੰਡਣ ਦੀ ਖਾਤਰ ਨਾ ਹੋਵੇ, ਦੇਸ਼ ਨੂੰ ਸੁੱਖ ਹੰਡਾਉਣ ਦੀ ਖਾਤਰ ਵਿਕਾਸ ਸਕੀਮਾਂ ਜਿਹੜੀਆਂ ਲੱਛੇਦਾਰ ਜੁਮਲਿਆਂ ਦੇ ਵਿੱਚ ਨਾ ਬਣਨ, ਇੱਕ ਆਮ ਤੌਰ 'ਤੇ ਬਣਨ। ਮੋਦੀ ਸਾਹਿਬ ਨੇ ਇੰਨਾ ਟੈਕਸ ਜਿਹੜਾ ਉਗਰਾਇਆ ਲੋਕਾਂ ਤੋਂ, 30 ਲੱਖ ਕਰੋੜ ਦਾ ਟੈਕਸ ਜਿਹੜਾ ਇਸ ਵੇਲੇ ਤੱਕ ਉਗਰਾ ਚੁੱਕੇ ਨੇ 7 ਸਾਲ ਦੇ ਵਿੱਚ। ਔਰ ਸਕੀਮ ਕੀ ਦਿੱਤੀ ਹੈ, ਵੈਲਫੇਅਰ ਸਕੀਮ ਕੀ ਦਿੱਤੀ ਹੈ ਲੋਕਾਂ ਨੂੰ। ਹਰ ਤਬਕਾ, ਭਾਵੇਂ ਉਹ ਉੱਚਾ ਭਾਵੇਂ ਨੀਵਾਂ, ਭਾਵੇਂ ਬਿਜ਼ਨਸ ਵਿੱਚ ਹੈ ਭਾਵੇਂ ਦਿਹਾੜੀਦਾਰ ਹੈ, ਭਾਵੇਂ ਆਪ ਕਿਰਤੀ ਹੈ ਜਾਂ ਸੈਲਫ ਇੰਪਲਾਈਡ ਹੈ, ਸਾਰੇ ਜਿਹੜੇ ਇਸ ਗੱਲ ਦੇ ਉੱਤੇ ਜਿਹੜੇ ਹੈ ਹਰ ਤਰ੍ਹਾਂ ਨਾਲ ਨਿਰਾਸ਼ਾਜਨਕ ਨੇ। ਔਰ ਇਸ ਵੇਲੇ ਜਿੰਨਾ ਦੇਸ਼ ਦਾ ਇੰਟੈਲੀਜੈਂਸੀਆ ਉਹ ਵਿਦੇਸ਼ਾਂ ਨੂੰ ਰੁੱਖ ਕਰ ਰਿਹਾ। ਜੇ ਦੇਸ਼ ਵਿੱਚ ਇੰਟੈਲੀਜੈਂਸੀਆ ਨਹੀਂ ਰਹੇਗਾ ਤੇ ਤੁਹਾਡੀਆਂ ਜਿਹੜੀਆਂ ਯੂਨੀਵਰਸਿਟੀਆਂ ਜਾਂ ਕਾਲਜ ਜਿਹੜੇ ਨੇ ਪੋਲੀਟੀਸ਼ੀਅਨ ਚਲਾ ਰਹੇ ਨੇ, ਉਹਨਾਂ ਦੇ ਉੱਤੇ ਜਿਹੜਾ ਕਿਸੇ ਤਰ੍ਹਾਂ ਦਾ ਕਿੰਤੂ ਪਰੰਤੂ ਆਉਣਾ ਬੜਾ ਜ਼ਬਰਦਸਤ ਔਰ ਇੱਕ ਮੰਦਭਾਗਾ। ਕਿਉਂ? ਇਸ ਵਜ੍ਹਾ ਕਰਕੇ ਕਿਉਂਕਿ ਇਹਨਾਂ ਦਾ ਯੋਗਦਾਨ ਕੀ ਹੈ, ਕਿਵੇਂ ਹੈ, ਕਿਸ ਹਿਸਾਬ ਦਾ ਹੈ, ਇਹ ਇੱਕ ਆਮ ਲੋਕਾਂ ਨੇ ਦੇਖਣਾ। ਇਹਦੇ ਵਿੱਚ ਇਹ ਕਹਿਣਾ ਬਹੁਤ ਜ਼ਰੂਰੀ ਹੈ ਕਿ ਜੇ ਇਹੀ ਇੰਟੈਲੀਜੈਂਸੀਆ ਭਾਰਤ ਦੇ ਵਿੱਚ ਰਵੇ ਔਰ ਹਰ ਸਾਲ 2 ਕਰੋੜ ਨੌਕਰੀ ਨਿਕਲਦੀ, 7 ਸਾਲਾਂ ਦੇ ਰਾਜ ਵਿੱਚ 14 ਕਰੋੜ ਨੌਕਰੀਆਂ ਨਿਕਲਣੀਆਂ ਸੀ ਤੇ ਗਈਆਂ ਕਿੰਨੀਆਂ ਨੇ, ਇਹ ਕਦੀ ਸਰਕਾਰ ਨੇ ਸਾਰਵਜਨਕ ਨਹੀਂ ਕੀਤਾ। ਇਸ ਨੂੰ ਸਾਰਵਜਨਕ ਕਰਨਾ ਬਹੁਤ ਜ਼ਰੂਰੀ ਹੈ। ਆਪਣੇ ਦੇਸ਼ ਦਾ ਪੈਸਾ ਰੱਖਣਾ ਬਹੁਤ ਜ਼ਰੂਰੀ ਹੈ। ਚਾਈਨੀਜ਼ ਜਿਹੜੇ ਸੀਗੇ, ਇਹਨਾਂ ਨੇ ਐਪਸ ਜਿਹੜੇ ਸੀ ਉਹ ਬੈਨ ਕਰ ਦਿੱਤੇ। ਉਹ ਬੈਨ ਕਰਨ ਨਾਲ ਤਾਂ ਕੋਈ ਗੱਲ ਨਹੀਂ ਹੋਈ, ਲੇਕਿਨ ਜਿਹੜਾ ਚਾਈਨੀਜ਼ ਸਮਾਨ ਹੈ
ਉਹ ਕਦੀ ਬੰਗਲਾਦੇਸ਼ ਤੋਂ ਆ ਜਾਂਦਾ, ਕਦੀ ਮਲੇਸ਼ੀਆ ਤੋਂ ਆ ਜਾਂਦਾ, ਕਦੀ ਕਿਸੇ ਹੋਰ ਦੇਸ਼ ਤੋਂ ਆ ਜਾਂਦਾ। ਚਾਈਨੀਜ਼ ਸਮਾਨ ਤਾਂ ਆ ਰਿਹਾ, ਲੇਕਿਨ ਦੇਸ਼ ਦਾ ਪੈਸਾ ਜਿਹੜਾ ਫਿਰ ਚਾਈਨਾ ਦੀ ਹੀ ਤਿਜੋਰੀ ਵਿੱਚ ਜਾ ਰਿਹਾ। ਮੋਦੀ ਸਾਹਿਬ ਇਸ ਬਾਰੇ ਦੇਸ਼ ਨੂੰ ਸਾਰਵਜਨਿਕ ਕਰਨ ਔਰ ਇਹ ਦੱਸਣ ਵੀ ਮੈਂ ਜਿਹੜਾ ਮੇਕ ਇਨ ਇੰਡੀਆ ਜਾਂ ਮੇਡ ਇਨ ਇੰਡੀਆ ਦੇ ਵਿੱਚ ਕੀ ਬਣਾਇਆ, ਕੀ ਖੱਟਿਆ ਜਾਂ ਕੀ ਕੀਤਾ। ਇੱਥੇ ਇੱਕ ਗੱਲ ਜ਼ਰੂਰ ਲੋਕ ਕਹਿੰਦੇ ਨੇ, ਖੱਟਣ ਗਏ ਖਟਾਊਗੀ ਖੱਟ ਲਿਆਏ, ਸ਼ੁਕਰ ਕਰੋ ਸਿਰਮਨੀਓ ਜਿਉਂਦੇ ਘਰ ਆਏ। ਇੰਨਾ ਕਹਿੰਦਾ ਹੋਇਆ ਮੈਂ ਇਸ ਗੱਲ ਨਾਲ ਤੁਹਾਨੂੰ ਵਾਕਫ ਕਰਾਉਣਾ ਕਿ ਤੁਸੀਂ ਲੋਕ ਸ਼ਕਤੀ ਹੋ, ਵੀ ਦੀ ਪੀਪਲ ਆਫ ਇੰਡੀਆ ਹੋ। ਭਾਰਤ ਦੇ ਸੰਵਿਧਾਨ ਮੁਤਾਬਕ ਆਪਣੀਆਂ ਕੋਰਟਾਂ ਜਿਹੜੀਆਂ, ਤੁਸੀਂ ਲੋਕਾਂ ਦੀਆਂ ਕੋਰਟਾਂ ਜਿਹੜੀਆਂ ਉਹਨਾਂ ਨੂੰ ਐਸਟੈਬਲਿਸ਼ ਕਰਕੇ ਇਹਨਾਂ ਨੂੰ ਸਜ਼ਾ ਦਿਓ। 2022 ਵੀ ਆ ਰਿਹਾ ਇਲੈਕਸ਼ਨ ਤੇ 2024 ਵੀ ਆ ਰਿਹਾ ਇਲੈਕਸ਼ਨ ਵਿੱਚ, ਕਿਉਂਕਿ ਸਾਡੀਆਂ ਜਿਹੜੀਆਂ ਜੁਡੀਸ਼ੀਅਲ ਕੋਰਟ ਸਿਸਟਮ ਹੈ ਉਹ ਪੂਰੀ ਤਰ੍ਹਾਂ ਫੇਲ ਤੇ ਨਾਕਾਮ ਹੋ ਚੁੱਕਾ ਹੈ। ਉਹਨਾਂ ਨੂੰ ਜੇ ਇਹ ਕਿਹਾ ਜਾਏ ਕਿ ਉਹਨਾਂ ਦਾ ਇੱਕ ਅਪਹਰਨ ਹੋ ਗਿਆ, ਅਗਵਾ ਹੋ ਗਿਆ, ਇਹਦੇ ਵਿੱਚ ਕੋਈ ਕਥਨੀ ਨਹੀਂ, ਅਤਕਥਨੀ ਨਹੀਂ। ਇੰਨਾ ਕਹਿੰਦਾ ਹੋਇਆ ਮੈਂ ਤੁਹਾਡੇ ਤੋਂ ਛੁੱਟੀ ਲੈਣਾ। ਇਸ ਜੇ ਮੇਰੀ ਗੱਲਬਾਤ ਨਾਲ, ਦਿਲ ਦੀ ਗੱਲ ਨਾਲ ਤੁਸੀਂ ਸਹਿਮਤ ਹੋ, ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਆਪਣੇ ਵਿਚਾਰ ਦਿਓ, ਤਾਂ ਕਿ ਜਿਹੜੀ ਅਗਲੀ ਆ ਰਹੀ ਜੋ ਵੀ ਦਿਲ ਦੀ ਗੱਲ ਹੈ ਉਹ ਤੁਹਾਡੇ ਤੱਕ ਪਹੁੰਚੇ, ਦੇਸ਼ ਦੇ ਲੋਕਾਂ ਤੱਕ ਪਹੁੰਚੇ, ਦੇਸ਼ ਦਾ ਭਲਾ ਔਰ ਵਿਕਾਸ ਹੋਵੇ। ਇਹਨਾਂ ਕਹਿੰਦਾ ਹੋਇਆ ਮੈਂ ਤੁਹਾਨੂੰ ਫਤਿਹ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।